ਘੱਲੂਘਾਰਾ ਮਰਾ ਰਹੇ ਨੇ। ਘੱਲੂਘਾਰਾ ਨਹੀਂ ਮਰਾ ਰਹੇ, ਇਹ ਇੱਕ ਆਪਣੀ ਛਾਨ ਉੱਚੀ ਕਰਨ ਵਾਸਤੇ ਅਸੀਂ ਮਨਾਉਂਦੇ ਹਾਂ, ਇਹ ਮਨਾ ਨਹੀਂ ਹੈ। ਇਹ ਕਹਿੰਦੇ ਅਸੀਂ ਯਾਦ ਰੱਖਣ ਦੇ ਲਈ ਤਾਂ ਮਨਾ ਰਹੇ ਹਾਂ, ਤੁਹਾਨੂੰ ਨਹੀਂ ਲੱਗਦਾ ਇਹ ਯਾਦ ਰੱਖ ਰਹੇ? ਯਾਦ ਨਹੀਂ ਰੱਖ ਰਹੇ ਪੁੱਤ ਜੀ, ਇੱਕ ਅੱਖਾਂ ਦੇ ਵਿੱਚ ਧੂੜਾ ਪਾ ਰਹੇ ਨੇ, ਯਾਦ ਨਹੀਂ ਰੱਖ ਰਹੇ। ਜੇ ਯਾਦ ਰੱਖਦੇ ਤੇ ਉਹ ਜਿਹੜਾ ਸਰਸੇ ਵਾਲਾ ਸੀ ਉਹਨੂੰ ਮਾਫੀਆਂ ਦਿੰਦੇ। ਇਹ ਸਭ ਕੁਝ ਚਾਲ ਹੈ, ਸਿੱਖ ਕੌਮ ਨੂੰ ਰੋਲਣ ਦੀ ਚਾਲ ਹੈ। ਇਹ ਰੋਲ ਰਹੇ ਨੇ, ਸਾਰੇ ਰਲ ਕੇ ਰੋਲ ਰਹੇ ਨੇ। ਹਰਿਮੰਦਰ ਸਾਹਿਬ ਦੀਆਂ ਗੋਲੀਆਂ ਮਿਟਾਤੀਆਂ ਨੇ, ਇੱਕ ਹੁਣ ਸਿਰਫ ਗੁਰੂ ਗ੍ਰੰਥ ਸਾਹਿਬ ਵਿਖਾਈ ਜਾ ਰਹੇ ਨੇ। ਅੱਜ ਪਹਿਲਾਂ ਕਿਉਂ ਨਹੀਂ ਵਿਖਾਇਆ? ਜਿਹੜੇ ਵਹਿੰਦੇ ਸਨ ਅਸੀਂ ਦੇਖੀਏ ਸਾਡੇ ਗੁਰੂ ਸਾਹਿਬ 'ਚ ਕਿੱਥੇ ਗੋਲੀ ਵੱਜੀ ਹੈ, ਉਹਦੇ ਨਾਲ ਕਿਉਂ ਗੁੰਮ ਕੀਤੀ ਰੱਖੀ? ਅੱਜ ਕਿਵੇਂ ਇਹਨਾਂ ਨੂੰ ਚੇਤਾ ਆ ਗਿਆ ਗੋਲੀਆਂ ਵਿਖਾਉਣ? ਸੰਤਨ ਮਰਨ ਕੌਣ ਸੀ? ਸਾਰੇ ਇਹੀ ਸਨ। ਕਿਹਦਾ ਮੰਨਦੇ ਆ, ਸਰਕਾਰ ਦਾ ਜਾਂ ਪ੍ਰਬੰਧਕਾਂ ਦਾ? ਸੁਰ ਕਿਸੇ ਦਾ ਵੀ ਨਹੀਂ ਮੰਨਦੇ, ਕਿਹਨੂੰ ਕਹੀਏ? ਸਰਕਾਰ ਵੀ ਇਹਨਾਂ ਦੀ, ਪ੍ਰਬੰਧਕ ਵੀ ਇਹਨਾਂ ਦੇ। ਸਰਕਾਰ ਨਹੀਂ ਸਾਡੀ, ਪ੍ਰਬੰਧਕ ਵੀ ਇਹਨਾਂ ਦੇ ਨੇ, ਇਹ ਸਾਰੇ ਸਰਕਾਰੀ ਨੇ। ਇਹ ਜਿਹੜੇ ਸਿੱਖ ਨੇ ਸਾਰੇ ਸਰਕਾਰੀ ਬੰਦੇ ਨੇ, ਇਹਨਾਂ ਸਰਕਾਰ ਦੀ ਮੰਨੀ ਸਾਡੀ ਥੋੜੀ ਮੰਨਣਗੇ। ਤੁਹਾਡੀਆਂ ਅੱਖਾਂ ਦੇ ਵਿੱਚ ਮੈਂ ਦੇਖਿਆ ਕਿ ਹੰਝੂ ਆ, ਟੀਸ ਕਿਸ ਚੀਜ਼ ਦੀ ਆ? ਟੀਸ ਚੀਜ਼ ਦੀ ਹੈ, ਸਾਡੀ ਸਿੱਖੋਂ ਦਾ ਬਣਿਆ ਕੁਛ ਨਹੀਂ। ਨੌਜਵਾਨ ਬੱਚੇ ਮਿੱਟੀ 'ਚ ਰੁਲ ਗਏ ਨੇ ਤੇ ਇਹਨਾਂ ਨੂੰ ਕੋਈ ਤਰਸ ਨਹੀਂ ਆਇਆ ਵੀ ਅਸੀਂ ਇਹਨਾਂ ਦਾ ਕੁਛ ਯਾਦਗਾਰ ਬਣਾ ਕੇ ਤੇ ਉਹਨਾਂ ਦੀ ਯਾਦਗਾਰ ਦੇ ਵਿੱਚ ਨਿਸ਼ਾਨੀਆਂ ਲਾ ਦਈਏ। ਜਦੋਂ ਮੈਂ ਉਹ ਛੱਤ 'ਤੇ ਬੈਠੀ ਸੀ ਨਾ ਹਰਿਮੰਦਰ ਸਾਹਿਬ ਦੇ ਵਿੱਚ, ਮੇਰੇ ਪੁੱਤ ਨੂੰ ਛਾਲ ਮਾਰਦਿਆਂ ਦੇਖਿਆ। ਉਹ ਵੀ ਧੰਨ ਭਾਗ ਨੇ, ਮੇਰੇ ਸਤਿਗੁਰ ਦੇ ਘਰ ਵਿੱਚ ਮੇਰੇ ਪੁੱਤਰ ਕੁਰਬਾਨ ਹੋ ਗਏ। ਮੇਰਾ ਦੁੱਧ ਸਫਲਾ ਕੀਤਾ ਉਹਨਾਂ ਨੇ। ਇਹ ਬੜੀ ਮੇਰੀ ਵੱਡੀ ਮਿਹਰਬਾਨੀ ਮੇਰੇ ਸਤਿਗੁਰ ਦੀ, ਜਿਹੜਾ ਮੇਰਾ ਪਰਿਵਾਰ ਲੈ ਕੇ ਮੈਨੂੰ ਉਹਨੇ ਸੀ ਨਹੀਂ ਕਰਨ ਦਿੱਤੀ। ਭਾਵੇਂ ਮੇਰੇ 'ਤੇ ਕਿੰਨੀਆਂ ਤਕਲੀਫਾਂ ਆਈਆਂ ਨੇ, ਭਾਵੇਂ ਮੇਰੇ 'ਤੇ ਕਿੰਨੀਆਂ ਇਹਨਾਂ ਨੇ ਪੁਲਿਸ ਨੇ ਸ਼ਤੱਦਤ ਕੀਤੇ ਨੇ, ਭਾਵੇਂ ਮੇਰੀਆਂ ਲੱਤਾਂ ਪੜੀਆਂ, ਭਾਵੇਂ ਮੇਰੇ ਨਹੁੰ ਕੱਢੇ ਨੇ, ਮੇਰੇ ਮੂੰਹ ਨਾਲ ਹਾਏ ਨਹੀਂ ਖਵਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਮੌਜੂਦ ਹਾਂ ਤੇ ਮੇਰੇ ਨਾਲ ਇੱਕ ਇਹੋ ਜੀ ਵਿਲੱਖਣ ਸ਼ਖਸੀਅਤ ਮੌਜੂਦ ਨੇ ਜਿਨ੍ਹਾਂ ਦਾ ਦੇਣ ਸਿੱਖ ਕੌਮ ਸ਼ਾਇਦ ਕਦੇ ਵੀ ਦੇ ਨਹੀਂ ਸਕਦੀ। ਜਿੱਥੇ ਗੁਰੂ ਗੋਬਿੰਦ ਸਾਹਿਬ ਜੀ ਦੇ ਵੇਲੇ ਔਰ ਬਹੁਤ ਪਹਿਲਾਂ ਵੀ ਮਾਵਾਂ ਨੇ ਆਪਣੇ ਪੁੱਤਾਂ ਨੂੰ ਸਿੱਖੀ ਤੋਂ ਉੱਤੇ ਨਾ ਰੱਖਦੇ ਹੋਏ ਸਿੱਖੀ ਦੇ ਲਈ ਵਾਰ ਦਿੱਤਾ, ਉੱਥੇ ਇੱਕ ਜਿਉਂਦੀ ਜਾਗਦੀ ਮਿਸਾਲ ਇਸ ਵੇਲੇ ਮੇਰੇ ਨਾਲ ਬੈਠੇ ਹੋਏ ਨੇ ਮਾਤਾ ਗੁਰਜੀਤ ਕੌਰ ਜੀ, ਜਿਨ੍ਹਾਂ ਨੇ ਜੂਨ 1984 ਦੇ ਵੇਲੇ ਆਪਣਾ ਪੂਰੇ ਦਾ ਪੂਰਾ ਪਰਿਵਾਰ, ਇੱਕ ਬੇਟੀ ਸਮੇਤ, ਆਪਣੇ ਪਤੀ ਦੇ ਸਮੇਤ, 2 ਹੋਰ ਬੱਚਿਆਂ ਦੇ ਸਮੇਤ ਵਾਰ ਦਿੱਤਾ ਤੇ ਅੱਜ ਵੀ ਉਦੋਂ ਤੋਂ ਲੈ ਕੇ ਹੁਣ ਤੱਕ ਦਰਬਾਰ ਸਾਹਿਬ ਦੀ ਸੇਵਾ ਦੇ ਵਿੱਚ ਖੁਦ ਨੂੰ ਸਮਰਪਿਤ ਕੀਤਾ ਹੋਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਤਾ ਜੀ, ਸਾਨੂੰ ਉਹ ਸਾਰਾ ਕੁਝ ਜਾਣਨਾ ਹੈ, ਕਿੰਨਾ ਪਰਿਵਾਰ ਸੀਗਾ ਤੇ ਪਰਿਵਾਰਕ ਮੈਂਬਰ, ਜਿਸ ਤਰੀਕੇ ਨਾਲ ਸਾਨੂੰ ਪਤਾ ਲੱਗਿਆ ਕਿ ਪੂਰੇ ਦਾ ਪੂਰਾ ਪਰਿਵਾਰ ਜਿਹੜਾ ਸਿੱਖੀ ਦੇ ਲਈ ਤੁਸੀਂ ਜਿਹੜਾ ਸਮਰਪਿਤ ਕਰ ਦਿੱਤਾ, ਕੀ ਵਾਕਿਆ ਹੋਇਆ ਸੀ? ਪੁੱਤਰ ਜੀ, ਜਿਹੜੇ ਬੱਚੇ ਸਨ ਨਾ, ਉਹਨਾਂ ਪਾਪਾ ਜੀ ਇਸ ਸੰਤਾਂ ਕੋਲ ਰਹਿੰਦੇ ਸਨ ਤੇ ਬੱਚੇ ਉਹਨਾਂ ਦੇ ਕੋਲ ਆਉਂਦੇ ਸਨ। ਜਦੋਂ ਪੜ੍ਹ ਕੇ ਆਉਂਦੇ ਖਾਲਸਾ ਕਾਲਜ ਤੋਂ, ਆਪਣਾ ਪਾਪਾ ਜੀ ਦੇ ਕੋਲ ਹੀ ਆ ਜਾਂਦੇ। ਜਦੋਂ ਉੱਥੇ ਅਟੈਕ ਹੋਇਆ ਹੈ, ਉਸ ਘੜੀ ਉਹਨੇ ਪਾਪਾ ਜੀ ਨੇ ਜ਼ਿੰਮੇਵਾਰੀ ਲਾਤੀ ਵੀ ਤੁਸੀਂ ਹੁਣ ਪਿਛਾ ਨਹੀਂ ਹਟਣਾ, ਅੱਗੇ ਵੱਧ ਕੇ ਲੜਨਾ। ਇੱਕ ਕਾਕੇ ਨੂੰ ਬੁੰਗੇ 'ਤੇ ਚੜ੍ਹਾਤਾ, ਇੱਕ ਕਾਕੇ ਨੂੰ ਭੋਰਾ ਸਾਹਿਬ ਦੀ ਡਿਊਟੀ ਦੇ ਦਿੱਤੀ, ਤੂੰ ਇੱਥੇ ਰਹਿਣਾ ਹੈ, ਜਦੋਂ ਕੋਈ ਦੁਸ਼ਮਣ ਆਵੇ ਪਿਛਾ ਨਹੀਂ ਹਟਣਾ। ਬੇਟੀ ਨੂੰ ਜ਼ਿੰਮੇਵਾਰੀ ਦੇ ਦਿੱਤੀ, ਬਕਾਰ ਕੌਰ ਦੇ ਕੋਲ ਭੇਜਤਾ ਵੀ ਤੁਸੀਂ ਉੱਥੇ ਜਾਓ, ਜਿੰਨਾ ਚਿਰ ਬਕਾਰ ਕੌਰ ਲੜੇਗੀ ਨਾ ਤੁਸੀਂ ਨਾਲ ਰਹਿਣਾ। ਉਹਨਾਂ ਦੇ ਨਾਲ ਚਲੇ ਗਏ। ਉਹਨਾਂ ਦੇ ਪਾਪਾ ਜੀ ਲੰਗਰ ਦੀ ਛੱਤ 'ਤੇ ਚਲੇ ਗਏ। ਇੰਨੀ ਸੁਣ ਕੇ ਮੈंने ਕਿਹਾ ਵੀ ਮੈਂ ਹੁਣ ਵਾਪਸ ਜਾਵਾਂ, ਕਿੱਥੇ ਰਵਾਂ? ਉਹ ਕਹਿੰਦੇ ਤੁਸੀਂ ਕਿੱਥੇ ਜਾਣਾ, ਤੁਸੀਂ ਇੱਥੇ ਰਹੋ, ਦੇਖੋ ਗੁਰੂ ਕੀ ਕਰਦਾ। ਜਦੋਂ ਇੰਨੀ ਕਹਿ ਕੇ ਇਹ 1 ਜੂਨ ਦੇ ਦਿਨ ਦੀ ਗੱਲ ਨੇ, 2 ਜੂਨ ਮੈਂ ਫਿਰ ਗਈ ਹਾਂ ਮਿਲਣ ਵਾਸਤੇ ਪਰਿਵਾਰ ਨੂੰ, ਸਾਰਿਆਂ ਨੂੰ ਵੱਡੋ ਵੱਡ ਮਿਲ ਕੇ ਆਈ ਹਾਂ। ਕਹਿੰਦੇ ਮਾਂ ਜੀ ਅਸੀਂ ਠੀਕ ਆ, ਮੰਮੀ ਅਸੀਂ ਠੀਕ ਆ, ਫਿਕਰ ਨਹੀਂ ਕਰਨਾ। ਅੱਜ ਅਸੀਂ ਹੱਥ ਵੇਖਣੇ ਨੇ, ਸਾਡੇ ਨਾਲ ਬਹੁਤ ਕੁਛ ਹੋ ਰਿਹਾ। ਅਸੀਂ ਜਿੱਤ 'ਤੇ ਕੁਛ ਛੱਕਾਂਗੇ ਨਹੀਂ, ਪਰ ਅਸੀਂ ਖਾਲੀ ਨਹੀਂ ਮੁੜਾਂਗੇ। ਇੰਨੀ ਕਰਕੇ ਮੈਂ ਆ ਗਈ ਹਾਂ।
ਜੇ 3 ਦਿਨ ਹੋਈ ਹੈ ਸੁੱਤੇ ਗਏ ਹਾਂ ਕੱਲ ਇੱਥੇ ਸੱਚਖੰਡ ਤੇ ਗੋਲੀ ਬਹੁਤ ਚੱਲਦੀ ਹੈ। 2 ਦਿਨ ਉੱਤੇ ਰਹੇ ਹਾਂ। 6 ਤਰੀਕ ਨੂੰ ਥੱਲੇ ਉਤਰੇ ਹਾਂ। ਜਦੋਂ 6 ਤਰੀਕ ਨੂੰ ਬਾਹਰ ਕੱਢਿਆ ਨਾ ਉਦੋਂ ਨਿਕਲਿਆ। ਲੋਕੀ ਬਾਹਰ ਨਿਕਲ ਕੇ ਮੈਂ ਵਿੱਚ ਕਰਮਾਂ ਦੀ ਭਾਲਣੀ ਆ ਵੀ ਮੇਰੇ ਬੱਚੇ ਮੈਨੂੰ ਕਿਤੇ ਮਿਲਣਗੇ, ਪਰ ਕੋਈ ਲਾਸ਼ ਨਹੀਂ ਮਿਲੀ, ਕੁਛ ਨਹੀਂ ਮਿਲਿਆ ਮੈਨੂੰ। ਉਸ ਦਿਨ ਤੋਂ ਫਿਰ ਮੈਂ ਇਹ ਤੋਂ ਥੋੜ੍ਹੇ ਦਿਨ ਰਹਿ ਕੇ ਫਿਰ ਮੈਂ ਬਾਹਰ ਚਲੀ ਗਿਆ। ਫਿਰ ਮੈਂ ਬਾਹਰ ਜਾ ਕੇ ਤੇ ਮੈਂ ਪੁਲਿਸ ਨੇ ਰਜਿਸਟਰ ਕਰ ਲਿਆ। ਕਰ ਲਿਆ। ਫਿਰ ਇਹਨੇ ਪੁੱਛ ਦੱਸ ਕਰਕੇ 6 ਮਹੀਨੇ ਮੈਨੂੰ ਛੱਡ ਦਿੱਤਾ। ਸਾਲ ਬਾਅਦ ਫਿਰ ਨਾ ਮੈਨੂੰ ਗ੍ਰਿਫਤਾਰ ਕਰ ਲਿਆ। ਫਿਰ 5 ਸਾਲ ਇਹਨੇ ਮੈਨੂੰ ਜੇਲ੍ਹ ਵਿੱਚ ਕਮਾਇਆ। ਕਿਸ ਕਸੂਰ ਦੇ ਬਦਲੇ ਮਾਂ? ਵੀ ਤੁਹਾਡੇ ਕੋਲ ਅਸਲਾ ਬਣਦਾ ਸੀ। ਅੱਛਾ। ਇਸ ਕਸੂਰ ਵਿੱਚ ਤੁਸੀਂ ਅਸਲਾ ਲਿਆਉਂਦੇ ਹੋ, ਦਿੰਦੇ ਹੋ। ਦੇਣਾ ਕੀ ਸੀ? ਜਿਹੜੇ ਦੇਣਾ ਤਾਂ ਮੇਰੇ ਚਲੇ ਗਏ, ਦੇਣਾ ਕਿਹਨੇ ਸੀ? ਉਸ ਤੋਂ ਬਾਅਦ ਜਿਹੜੇ 2 ਕਾਕੇ ਸਨ, ਫਿਰ ਉਹਨਾਂ ਕਿਹਾ ਮੰਮੀ ਤੂੰ ਤਾਂ ਜੇਲ੍ਹ ਕੱਟਣੀ ਹੈ, ਅਸੀਂ ਜੇਲ੍ਹ 'ਚ ਨਹੀਂ ਜਾਣਾ। ਅਸੀਂ ਇੱਕ ਤਰ੍ਹਾਂ ਆਪਣਾ ਹੱਥ ਵਿਖਾਉਣਾ, ਅਸੀਂ ਕੌਮ ਨੂੰ ਜਿੱਤਣਾ ਹੈ, ਚਾਹੇ ਮਰੀਏ ਚਰੀਏ। ਜੇ ਸ਼ਹੀਦ ਹੋਏਗਾ ਤਾਂ ਵੀ ਕੋਈ ਗੱਲ ਨਹੀਂ, ਜੇ ਜਿੰਦਾ ਰਹੇਗਾ ਤਾਂ ਵੀ ਕੋਈ ਗੱਲ ਨਹੀਂ। ਸਾਰੇ ਲੋਕ ਮਰ ਨਹੀਂ ਜਾਂਦੇ। ਅਸੀਂ ਆਪਣੇ ਸਿੱਖ ਕੌਮ 'ਚ ਪੂਰੇ ਉਤਰਨਾ। ਉਹ ਫਿਰ ਉਹਨਾਂ ਬੱਬਰਾਂ ਦੇ ਨਾਲ ਆਪਣਾ ਗੰਢ ਜੋੜ ਕਰ ਲਿਆ, ਉਹ ਉਹਨਾਂ ਨਾਲ ਟੁਰ ਗਏ। ਉਸ ਤੋਂ ਬਾਅਦ ਮੈਂ ਜਦੋਂ ਛੁੱਟ ਕੇ 25 ਸਾਲੀ ਮੈਂ ਛੁੱਟ ਕੇ ਮੈਂ ਬਕਰਮਾ 'ਚ ਇੱਥੇ ਬੜੀ ਹਲੋਕਾਰ ਮੱਚੇ। ਮੈਂ ਦਿਨੇ ਸਾਰੀ ਦਿਨ ਸੇਵਾ ਕਰਦੀ ਨੇ ਲੋ ਤੇ ਸ਼ਾਮ ਨੂੰ ਮੈਂ ਇੱਥੇ ਆਣ ਕੇ ਲੰਮੀ ਪੈ ਜਾਣਾ। ਇਹ ਮੈਂ ਕਈ ਸਾਲ 15-16 ਸਾਲ ਇਸ ਤਰ੍ਹਾਂ ਕੱਟੇ। ਅਖੀਰ ਇੱਕ ਵਾਰ ਪੇਸ਼ ਹੋਈ। ਮੈਂ ਕਿਹਾ ਵੀ ਮੈਨੂੰ ਕੋਈ ਟਿਕਾਣਾ ਦਿਓ। ਕੋਈ ਆਖਣ ਹੈ ਨਹੀਂ ਟਿਕਾਣਾ ਹੀ, ਕਿਵੇਂ ਦੇ ਦਈਏ? ਇਹਨਾਂ ਨੂੰ ਲਿਖ ਕੇ ਦਿੱਤਾ, ਸਾਰਾ ਕੁਛ ਕੀਤਾ ਜੀ, ਇਹਨਾਂ ਕੋਈ ਨਾ ਮੇਰੀ ਸੁਣੀ। ਮੱਕੜ ਸਾਹਿਬ ਆਏ ਮੈਂ ਪੇਸ਼ ਹੋਈ। ਉਹਨੇ ਮੈਨੂੰ ਉੱਥੇ ਬਾਬੇ ਬਸੰਤ ਸਿੰਘ ਦੇ ਕਮਰਾ ਦੇ ਦਿੱਤਾ। ਹੁਣ ਮੈਨੂੰ ਹੋ ਗਏ 4-5 ਸਾਲ ਉਸ ਕਮਰੇ 'ਚ ਰਹਿੰਦੀ ਨੂੰ। ਜਦੋਂ ਤੁਹਾਡੇ ਬੱਚੇ ਜਿਹੜੇ ਤੁਸੀਂ ਕਿਹਾ ਕਿ ਤਿੰਨੇ ਬੱਚੇ ਤੇ ਤੁਹਾਡਾ ਪਤੀ ਜਿਹੜਾ ਇੱਥੇ ਸ਼ਹੀਦ ਹੋਇਆ, ਉਹ ਜੂਨ 1984 ਜਿਹੜੀ 1 ਤੋਂ ਲੈ ਕੇ 6 ਤੱਕ ਹੋਇਆ, ਉਸ ਦੌਰਾਨ ਹੀ ਹੋਏ ਸਾਰੇ? ਪਰ ਤੁਹਾਨੂੰ ਪਤਾ ਕਿਵੇਂ ਲੱਗਿਆ ਕਿ ਤੁਸੀਂ ਜਿਵੇਂ ਦੱਸ ਰਹੇ ਕਿ ਕਿਹੜਾ ਬੱਚੇ ਨੇ ਕਿੱਥੇ ਮੋਰਚਾ ਸੰਭਾਲਿਆ ਹੋਇਆ ਸੀ, ਉਹ ਤੁਹਾਨੂੰ ਪਤਾ ਸੀ? ਹਾਂ ਪਤਾ ਸਾਨੂੰ। ਇੱਕ ਨੇ ਉੱਤੇ ਸੰਭਾਲਿਆ ਸੀ ਮੋਰਚਾ, ਪਿੱਛੇ ਟੈਂਕੀ ਦੇ ਕੋਲ ਕੋਈ ਜਗ੍ਹਾ ਨਹੀਂ ਸੀ ਨਾ, ਖਾਲੀ ਥਾਂ ਸੀ। ਹੁਣ ਤੇ ਲੰਗਰ ਬਣ ਗਿਆ ਨਾ, ਸਾਰਾ ਖਾਲੀ ਸੀ ਥਾਂ। ਇੱਕ ਮੋਰਚਾ ਉਹਨੇ ਉੱਥੇ ਸੰਭਾਲਿਆ ਸੀ, ਇੱਕ ਨੇ ਪੂਰੇ ਸੰਭਾਲਿਆ ਸੀ ਸਿੰਘਾਂ ਦੇ ਨਾਲ। ਉਹਨਾਂ ਪਾਪਾ ਜੀ ਨੇ ਛੱਤ ਲੰਗਰ ਤੇ ਸੰਭਾਲਿਆ ਸੀ ਮੋਰਚਾ। ਬੇਟੀ ਨੇ ਪੁਕਾਰ ਕਰ ਸੰਭਾਲਿਆ ਸੀ ਮੋਰਚਾ। ਮੈਂ ਤੇਰੇ ਨਾਲ ਹੀ ਰਹਿਣਾ, ਮਰਾਂਗੇ ਜੀਵਨ 2 ਭੈਣਾਂ ਇਕੱਠੀਆਂ ਮਰਾਂਗੇ। ਪਰ ਲਾਸ਼ ਕਿਸੇ ਦੀ ਨਹੀਂ ਮਿਲੀ। ਲਾਸ਼ਾਂ ਨਾਲ ਹੀ ਉੱਡ ਗਈਆਂ, ਸਰੀਰਾਂ ਦੇ ਨਾਲ ਹੀ ਬੰਬਾਂ ਕੇ ਮਾਰ ਗਏ ਨਾ ਛਾਲਾਂ, ਤੇ ਲਾਸ਼ਾਂ ਨਾਲ ਹੀ ਉੱਡ ਗਈਆਂ। ਮੈਂ ਤੁਹਾਨੂੰ ਯਕੀਨ ਹੈਗਾ ਵੀ ਉਸ ਦੌਰਾਨ ਉਹ ਤਿੰਨੋਂ ਸ਼ਹੀਦ, ਜਿਵੇਂ ਤੁਸੀਂ ਕਿਹਾ ਲਾਸ਼ਾਂ ਵੀ ਨਹੀਂ ਮਿਲੀਆਂ ਮੈਨੂੰ ਤਾਂ, ਔਰ ਤੁਸੀਂ ਕਿਹਾ ਕਿ ਮੈਂ ਪ੍ਰਕਰਮਾਂ 'ਚ ਸੌਂਦੀ ਰਹੀ ਹਾਂ ਬਾਅਦ 'ਚ ਬੜੇ ਸਾਲਾਂ ਤੱਕ, ਔਰ ਜੇਲ੍ਹਾਂ ਦੇ ਵੀ ਜਿਹੜੇ ਚੱਕਰ ਕੱਢੇ, ਔਰ ਉਸ ਤੋਂ ਬਾਅਦ ਵੀ ਤੁਹਾਨੂੰ ਸਰਕਾਰ ਨੇ ਟਿਕਣ ਨਹੀਂ ਦਿੱਤਾ। ਲਾਸ਼ਾਂ ਨਹੀਂ ਮਿਲੀਆਂ, ਮਨ ਮੰਨ ਗਿਆ ਵੀ ਉਹ ਸ਼ਹੀਦ ਹੋ ਗਏ ਹੋਣ? ਪਤਾ ਜੀ, ਮੈਨੂੰ ਆਪ ਪਤਾ ਹੈ। ਜਦੋਂ ਮੈਂ ਉਹ ਛੱਤ ਤੇ ਬੈਠੀ ਸੀ ਨਾ ਹਰਿਮੰਦਰ ਸਾਹਿਬ ਦੇ ਵਿੱਚ, ਮੇਰੇ ਪੁੱਤ ਨੂੰ ਛਾਲ ਮਾਰਦਿਆਂ ਦੇਖਿਆ। ਇੰਨਾ ਅੱਖਾਂ ਦੇ ਨਾਲ। ਹਾਂ, ਕਿੱਥੋਂ ਛਾਲ ਮਾਰਦੇ ਦੇਖਿਆ? ਉਹ ਜੀਜਾ ਬੁੰਗਾ ਜੱਸਾ ਸਿੰਘ ਰਾਮਗੜੀ ਵਾਲਾ, ਉਹਦੇ ਤੋਂ ਮੂੰਹ ਛਾਲ ਮਾਰੀ ਉਹਨੇ। ਮੈਂ ਅੱਖੀ ਵੇਖਿਆ। ਮੇਰੇ ਪਰਿਵਾਰ ਦੀ ਸ਼ਹੀਦੀ ਪੂਰੀ ਹੋਈ ਹੈ। ਭਾਵੇਂ ਮੈਂ ਨਹੀਂ ਅੱਖੀ ਵੇਖਿਆ, ਭਾਵੇਂ ਦੂਜਿਆਂ ਨੂੰ ਮੈਂ ਤਿੰਨਾਂ ਨੂੰ ਨਹੀਂ ਦੇਖਿਆ, ਕਿਉਂ ਉਹ ਮੋਰਚਾ ਛੱਡ ਕੇ ਭੱਜਣ ਵਾਲੇ ਜੀਵ ਨਹੀਂ ਹੈ। ਉਹ ਇੱਥੇ ਜਾਣਾ ਸੀ ਉਹਨਾਂ ਨੇ। ਉਹਨਾਂ ਪਹਿਲੇ ਵਚਨ ਸੀ ਜੇ ਸਾਡੇ ਗੁਰੂ ਘਰ 'ਤੇ ਵਾਅਦਾ ਕਰੇਗਾ ਅਸੀਂ ਪਿਛਾ ਨਹੀਂ ਹਟਾਂਗੇ, ਤੂੰ ਪਿਛਾ ਹਟੇ ਵੀ ਨਹੀਂ। ਅੱਜ ਜਿਵੇਂ ਦਾ ਸਮਾਂ ਸਾਡੇ ਤੇ ਚੱਲ ਰਿਹਾ, ਅਸੀਂ ਪੁਰਾਣੀਆਂ ਨਿਸ਼ਾਨੀਆਂ ਨਹੀਂ ਸਾਂਭ ਸਕੇ, ਕੁਝ ਵੀ ਨਹੀਂ ਕਰ ਸਕੇ, ਔਰ ਸਾਰੀਆਂ ਦੀਆਂ ਸਾਰੀਆਂ ਚੀਜ਼ਾਂ ਸਰਕਾਰਾਂ ਦੀ ਕੋਈ ਕਹਿ ਸਕਦੇ ਚਾਲ ਹੋ ਸਕਦੀ ਹੈ, ਸਭ ਲੋਕੀ ਛਿਪੀ ਜਾ ਰਿਹਾ ਹੈਗਾ। ਕਿਵੇਂ ਦੇਖਦੇ ਆ ਮਾਂ, ਤੁਹਾਡੇ ਬੱਚਿਆਂ ਨੂੰ ਯਾਦ ਕੀਤਾ ਜਾਂਦਾ, ਮਨ ਦੇ ਵਿੱਚ ਸੰਤੁਸ਼ਟੀ ਹੈ ਜੇ ਉਹ ਸ਼ਹੀਦ ਹੋਏ ਤੇ ਕੌਮ ਨੇ ਕੋਈ ਮੁੱਲ ਪਾਇਆ ਉਸ ਦਾ? ਮੈਂ ਮੁੱਲ ਕਿਹਾ ਹੀ ਨਹੀਂ ਇਹਨਾਂ ਨੂੰ ਪੁੱਤਰ ਮੁੱਲ ਪਾਉਣ ਦਾ। ਮੈਂ ਇਹ ਕਹਿੰਦੀ ਸੀ ਵੀ ਕਾਲ ਤੱਕ ਦੀਆਂ ਨਿਸ਼ਾਨੀਆਂ ਯਾਦ ਰੱਖੋ। ਸਾਡੀ ਆਉਣ ਵਾਲੀ ਪੀੜ੍ਹੀ ਨਸਲ ਜਿਹੜੀ ਹੈ ਨਾ, ਇਹਨਾਂ ਚੀਜ਼ਾਂ ਨੂੰ ਵੇਖ ਕੇ ਸਾਡੇ ਨਿੱਕੇ ਨਿੱਕੇ ਬੱਚੇ ਆਉਣਗੇ ਪਰਿਵਾਰਾਂ ਵਿੱਚ ਤੇ ਵੇਖਣਗੇ ਵੀ ਸਾਡਿਆਂ ਨਾਲ ਕੀ ਹੋਇਆ ਹੈ। ਇਹਨਾਂ ਸਭ ਮਿਟਾਤੀਆਂ ਨੇ, ਹਰਿਮੰਦਰ ਸਾਹਿਬ ਦੀਆਂ ਗੋਲੀਆਂ ਮਿਟਾਤੀਆਂ ਨੇ। ਇੱਕ ਹੁਣ ਸਿਰਫ ਗੁਰੂ ਗ੍ਰੰਥ ਸਾਹਿਬ ਵਿਖਾਈ ਜਾ ਰਹੇ ਨੇ। ਅੱਜ ਪਹਿਲਾਂ ਕਿਉਂ ਨਹੀਂ ਵਿਖਾਇਆ? 27-37 ਸਾਲ ਹੋ ਗਏ ਨੇ ਤੇ ਅੱਜ ਉਹਨਾਂ ਨੂੰ ਚੇਤਾ ਆਇਆ। ਤੁਹਾਡੇ ਮਨ 'ਚ ਗਿਲਾ ਕਿ ਪਹਿਲਾਂ ਕਿਉਂ ਨਹੀਂ ਦਰਸ਼ਨ ਕਰਵਾਏ? ਪਹਿਲਾਂ ਸਾਡੇ ਗਿਲਾਏ ਵੇ
ਜਿੱਦਣ ਹੀ ਇਹ ਸ਼ਹੀਦ ਹੋਇਆ ਸੀ ਨਾ, ਗੋਲੀ ਵੱਜੀ ਸੀ, ਪਹਿਲੇ ਹਫਤੇ ਜਦੋਂ ਖੰਡ ਪੜਦੀ ਸੀ ਉਦੋਂ ਵਿਖਾਇਆ ਜਾਂਦਾ, ਸਾਰੀ ਕੌਮ ਜਾਗਦੀ ਹੈ। ਜਿਹੜੇ ਇਸ ਗੁਰੂ ਗ੍ਰੰਥ ਸਾਹਿਬ ਦੀ ਭੀੜ ਨੂੰ ਵੇਖਣ ਵਾਸਤੇ ਤਰਸਦੇ ਸ਼ਹੀਦ ਹੋ ਗਏ, ਉਹਨਾਂ ਦੀ ਮਨ ਦੀ ਸ਼ਰਧਾ ਪੂਰੀ ਨਾ ਹੋਈ। ਅੱਜ ਭਾਵੇਂ ਸਾਡੇ ਪਰਿਵਾਰ ਹੀ ਵੇਖ ਰਹੇ ਨੇ, ਪਰ ਸਾਨੂੰ ਚੁਣਤੀ ਤਾਂ ਨਹੀਂ। ਜਿਹੜੇ ਵਹਿੰਦੇ ਸਨ ਅਸੀਂ ਵੇਖੀਏ ਸਾਡੇ ਗੁਰੂ ਸਾਹਿਬ 'ਚ ਕਿੱਥੇ ਗੋਲੀ ਵੱਜੀ ਹੈ, ਉਹਦੇ ਨਾਲ ਕਿਉਂ ਗੁੰਮ ਕੀਤੀ ਰੱਖੀ। ਅੱਜ ਕਿਵੇਂ ਇਹਨਾਂ ਨੂੰ ਚੇਤਾ ਆ ਗਿਆ ਗੋਲੀਆਂ ਵਿਖਾਉਣ ਦਾ। ਇਹ ਸਭ ਤੋਂ ਚਾਲ ਹੈ, ਸਿੱਖ ਕੌਮ ਨੂੰ ਰੋਲਣ ਦੀ ਚਾਲ ਹੈ। ਇਹ ਰੋ ਰਹੇ ਨੇ, ਸਾਰੇ ਰਲ ਕੇ ਰੋ ਰਹੇ ਨੇ, ਉੱਤੋਂ ਸੱਚੇ ਹੋਏ ਨੇ, ਅੰਦਰੋਂ ਇਹਨੇ ਰੋ ਰਹੇ ਨੇ। ਇਸ ਚੀਜ਼ ਤੇ ਗਿਲਾ ਹੈ ਕਿ ਤੁਹਾਡਾ ਪਰਿਵਾਰ ਗਿਆ, ਪਰ ਤੁਸੀਂ ਉਸ ਚੀਜ਼ ਨੂੰ ਚੜ੍ਹਦੀ ਕਲਾ 'ਚ ਦੇਖਦੇ ਆ। ਪਰ ਜਿਸ ਤਰੀਕੇ ਨਾਲ ਹੁਣ ਇੰਨੇ ਸਾਲਾਂ ਬਾਅਦ ਤੁਸੀਂ ਕਹਿ ਰਹੇ ਹੋ ਦਰਸ਼ਨ ਕਰਵਾ ਰਹੇ ਆ, ਕਿਉਂ ਲੱਗਦਾ ਕਿ ਕਿਉਂ ਲੇਟ ਦਰਸ਼ਨ ਕਰਵਾਏ ਇਹਨਾਂ ਨੇ, ਪਹਿਲਾਂ ਕਾਹਤੋਂ ਨਹੀਂ ਕਰਵਾਏ? ਤੁਹਾਡਾ ਮਨ ਕੀ ਕਹਿੰਦਾ ਕਿ ਪਹਿਲਾਂ ਕਿਉਂ ਨਹੀਂ ਕਰਵਾਏ? ਪਹਿਲਾਂ ਤਾਂ ਨਹੀਂ ਕਰਵਾਏ ਵੀ ਸਿੱਖ ਜਿਹੜੇ ਜਿਹਨਾਂ ਸਿਆਤੋ ਦੀ ਕਹਿੰਦੇ ਆ, ਖਾਲਸੇ ਉੱਠਣਗੇ, ਇਹਦਾ ਦੁੱਖ ਜ਼ਿਆਦਾ ਮਹਿਸੂਸ ਕਰਨਗੇ, ਇਹਦਾ ਮਹਿਸੂਸ ਕਰਕੇ ਜ਼ਿਆਦਾ ਸਿੱਖ ਲੜਨਗੇ, ਮਰੋ ਮਰਾਈ ਹੋਵੇਗੀ। ਇਹਨਾਂ ਤਾਂ ਨਹੀਂ ਵਿਖਾਏ। ਜਦੋਂ ਵਿਖਾਉਂਦੇ ਨਾ, ਜਿਹੜਾ ਕੁਛ ਸਿੱਖ ਰਹਿ ਗਿਆ ਸੀ ਨਾ, ਉਹਨੂੰ ਵੀ ਜੂਝਣ 'ਚ ਹੋ ਜਾਣਾ ਸੀ। ਤੇ ਇਹਨਾਂ ਨੇ ਉਂਝ ਮਰਵਾ ਲਏ, ਫੜ ਕੇ ਮਰਵਾ ਲਏ। ਪੁਲਿਸ ਵਾਲੇ ਨੇ ਫੜ ਕੇ ਨੌਜਵਾਨ ਕੱਢ ਕੇ ਮਾਰਤੇ। ਤੇ ਜੇ ਇਸ ਕੰਮ ਵਾਸਤੇ ਮਰ ਜਾਂਦੇ ਫਿਰ ਕੀ ਹੁੰਦਾ? ਫਿਰ ਸਾਡਾ ਇੱਕ ਦੁੱਖ ਤੇ ਸਾਡਾ ਪਾਰਸ ਹੋ ਜਾਂਦਾ ਵੀ ਸਾਡੇ ਤੇ ਕੀ ਕੁਛ ਹੋਇਆ ਹੈ ਤੇ ਕੀ ਕੁਛ ਨਾਲ ਸਾਨੂੰ। ਕੋਈ ਗੱਲ ਨਹੀਂ, ਸਾਡੇ ਚਲੇ ਗਏ ਨੇ, ਉਹ ਸਹਿਕਦੇ ਚਲੇ ਗਏ ਨੇ। ਸਾਨੂੰ ਇੱਕ ਵਾਰ ਵਿਖਾ ਦਿਓ ਗੋਲੀ ਕਿੱਥੇ ਵੱਜੀ ਹੈ। ਹਰ ਇੱਕ ਜਵਾਨ, ਹਰ ਇੱਕ ਬੀਬੀ, ਹਰ ਇੱਕ ਲੜਕੀ, ਸਰ ਵਿਖਾਓ। ਕਿਉਂ ਨਹੀਂ ਵਿਖਾਇਆ? ਕਿਹਦਾ ਮੰਨਦੇ ਆ, ਸਰਕਾਰ ਦਾ ਜਾਂ ਪ੍ਰਬੰਧਕਾਂ ਦਾ? ਸੁਰ ਕਿਸ ਦਾ ਵੀ ਨਹੀਂ ਮੰਨਦੇ। ਕਿਹਨੂੰ ਕਹੀਏ? ਸਰਕਾਰ ਵੀ ਇਹਨਾਂ ਦੇ, ਪ੍ਰਬੰਧਕ ਵੀ ਇਹਨਾਂ ਦੇ। ਪੁੱਤ ਸਰਕਾਰ ਨਹੀਂ ਸਾਡੀ, ਪ੍ਰਬੰਧਕ ਵੀ ਇਹਨਾਂ ਦੇ ਨੇ। ਇਹ ਸਾਰੇ ਸਰਕਾਰੀ ਨੇ। ਇਹ ਜਿਹੜੇ ਸਿੱਖ ਨੇ ਸਾਰੇ ਸਰਕਾਰੀ ਬੰਦੇ ਨੇ। ਇਹਨਾਂ ਸਰਕਾਰ ਦੀ ਮੰਨੀ, ਸਾਡੀ ਥੋੜੀ ਮੰਨਣਗੇ, ਸਾਡੀ ਕੀ ਮੰਨਣਗੇ? ਇਹਨਾਂ ਮਰਵਾਨ ਵਿੱਚ ਕੌਣ ਸੀ? ਮਰਵਾਨ 'ਚ ਵੀ ਇਹੀ ਸੀ। ਛੋਟੀ ਮਰਵਾਨ 'ਚ ਕੌਣ ਸੀ? ਇਹੀ ਸਨ। ਸੰਤਨ ਮਰਵਾਨ 'ਚ ਕੌਣ ਸੀ? ਸਾਰੇ ਇਹੀ ਸਨ, ਹੋਰ ਕੋਈ ਨਹੀਂ ਸੀ। ਤੁਹਾਡਾ ਕਹਿਣਾ ਇਹ ਕਿ ਕੌਮ ਦਾ ਨੁਕਸਾਨ ਉਹਨਾਂ ਸਰਕਾਰਾਂ ਨੇ ਨਹੀਂ ਕੀਤਾ ਜਿੰਨਾ ਆਪਦਿਆਂ ਨੇ ਕਰਤਾ? ਆਪਦਿਆਂ ਨੇ ਕੀਤਾ ਹੈ, ਕੀਤਾ ਹੀ ਆਪਦਿਆਂ ਨੇ। ਸਰਕਾਰਾਂ ਨਹੀਂ, ਸਰਕਾਰ ਜੇ ਆਪਦੇ ਨਾਲ ਬੰਦ ਹੁੰਦੇ ਉਧਰ ਤੇ ਕਦੀ ਸਰਕਾਰ ਕੁਛ ਕਰ ਨਹੀਂ ਸਕਦੀ। ਸਰਕਾਰ ਇਸੇ ਚੜ ਕੇ ਨਹੀਂ ਸੀ ਆ ਸਕਦੀ। ਜਦੋਂ ਟੋਰੇ 'ਚ ਗੋਲੀ ਚੱਲੀ ਸੀ ਨਾ, ਟੋਰੇ ਨੇ ਕਿਹਾ ਸੀ ਉਹਨੂੰ, ਮੈਂ ਤੂੰ ਵੀ ਮੁੰਡਾ ਹੁਣ ਜਵਾਨ ਕੋਈ ਛੱਡੀ ਨਾ, ਫੜ ਕੇ ਰਾਤ ਨੂੰ ਫੜ ਕੇ ਸਵੇਰੇ ਲੈ ਜਾਂਦੇ, ਸ਼ਾਮ ਨੂੰ ਜਾ ਕੇ ਮੁਕਾਬਲੇ ਬਣਾ ਕੇ ਮਾਰ ਦਿੰਦੇ। ਮੈਂ ਇਹ ਜਾਣਨਾ ਚਾਹੁੰਦੀ ਆ, ਤੁਸੀਂ ਪਹਿਲਾਂ ਗੱਲ ਕਰ ਰਹੇ ਸੀ ਕਿ ਤੁਹਾਨੂੰ ਉਸ ਕਸੂਰ ਦੀ ਵੀ ਸਜ਼ਾ ਮਿਲੀ, ਜਿਹੜਾ ਤੁਸੀਂ ਕੌਮ ਦੇ ਲਈ ਆਪਣੇ ਬੱਚੇ, ਆਪਣਾ ਪਤੀ ਵਾਰ ਦਿੱਤਾ, ਉਸ ਦੀ ਵੀ ਸਜ਼ਾ ਮਿਲੀ ਕਿ ਤੁਹਾਨੂੰ ਵੀ ਬਾਅਦ ਦੇ ਵਿੱਚ ਟਿਕਟ ਨਹੀਂ ਦਿੱਤਾ ਗਿਆ। ਉਹ ਕੀ ਹੋਇਆ? ਕਿਉਂ ਤੁਹਾਡਾ ਪਿੱਛਾ ਕੀਤਾ ਗਿਆ? ਔਰ ਕਿਉਂ ਪ੍ਰਕਰਮਾਂ 'ਚ ਵੀ ਇੰਨੇ ਸਾਲ ਰਹਿਣ ਦੇ ਬਾਵਜੂਦ ਕੋਈ ਮੰਗ ਨਹੀਂ ਹੈਗੀ, ਕੋਈ ਖਤਰਾ ਨਹੀਂ ਤੁਸੀਂ ਕਿਸੇ ਦੇ ਲਈ, ਉਸ ਦੇ ਬਾਵਜੂਦ ਤੁਹਾਡੇ ਲਈ ਕੀ ਚਾਲਾਂ ਚੱਲੀਆਂ? ਮੇਰੇ ਵਾਸਤੇ ਚਾਲਾਂ ਚੱਲੀਆਂ ਵੀ ਇਹਨੂੰ, ਜਿਹੜੇ ਮੇਰੇ ਦੁਸ਼ਮਣ ਸਨ, ਕਹਿੰਦੇ ਇਹ ਮਾਰੀ ਜਾਏ ਤੇ ਕੰਮ ਨਿਬੜ ਜਾਏ। ਕਿਉਂ ਤੁਸੀਂ ਕੀ ਖਤਰਾ ਸੀਗੇ? ਕਿਉਂ ਤੁਹਾਡੀ ਮੌਤ ਚਾਹੀਦੀ ਸੀ ਉਹਨਾਂ ਨੂੰ? ਮੇਰੀ ਮੌਤ ਤਾਂ ਚਾਹੀਦੀ ਸੀ ਵੀ ਮਤੇ ਕੋਈ ਸਿੱਖ ਨੂੰ ਤਿਆਰ ਕਰੇਗੀ, ਇਹਦੇ ਮਨ 'ਚ ਜ਼ਹਿਰ ਹੈ, ਇਹਦੇ ਜ਼ਹਿਰ ਤਿਆਰ ਨਾ ਕਰੇ। ਉਹ ਮੈਨੂੰ ਤਾਂ ਮਾਰਨਾ ਚਾਹੁੰਦੇ ਸੀ। ਕੀ ਤਕਲੀਫਾਂ ਹੋਈਆਂ? ਬਾਅਦ 'ਚ ਤੁਹਾਨੂੰ ਜੇਲ੍ਹਾਂ ਦੇ ਵਿੱਚ ਭੇਜਿਆ ਗਿਆ ਬਿਨਾਂ ਕਸੂਰ ਦੇ, ਔਰ ਜਦੋਂ ਤੁਸੀਂ ਬਿਨਾਂ ਕਿਸੇ ਘਰ ਦੀ ਮੰਗ ਕੀਤੇ ਆਪਣੇ ਪਰਿਵਾਰ ਨੂੰ ਗਵਾ ਕੇ ਇੱਥੇ ਪ੍ਰਕਰਮਾਂ 'ਚ ਸੌਂਦੇ ਰਹੇ ਇੰਨੇ ਸਾਲ, ਫਿਰ ਵੀ ਹੋਰ ਕੀ ਤੁਹਾਡੇ ਨਾਲ ਕੀਤਾ ਗਿਆ? ਮੇਰੇ ਨਾਲ ਬੜਾ ਕੁਝ ਕਹਿੰਦੇ, ਮੈਂ ਦੱਸ ਨਹੀਂ, ਮੇਰੇ ਜਿਗਰ ਪਾੜਦਾ ਹੈ ਜੋ ਮੇਰੇ ਨਾਲ ਕੀਤਾ ਗਿਆ ਨਾ, ਮੈਂ ਦੱਸ ਨਹੀਂ ਹਾਂ ਨਾ। ਤੇ ਮੇਰੀ ਫਿਰ ਹੰਝੂਆਂ ਦੇ ਜਿਹੜੀ ਛਾਂ ਹੈ ਨਾ, ਕੋਈ ਢੱਕੀ ਨਹੀਂ ਜਾਂਦੀ ਜਿੰਨਾ ਕੁਝ ਮੇਰੇ ਨਾਲ ਕੀਤਾ ਗਿਆ ਹੈ। ਪਰ ਮੈਂ ਇੱਕ ਆਪਣੀ ਇੱਜ਼ਤ ਬਚਾ ਕੇ ਨਾ, ਮੇਰੀ ਉਮਰ ਛੋਟੀ ਸੀ, ਇੱਜ਼ਤ ਬਚਾ ਕੇ ਹੁਣ ਤਾਂ ਮੈਂ 70-75 ਸਾਲ ਦੀ ਹੋ ਗਈਆਂ। ਉਦੋਂ ਮੇਰੀ ਸਾਰੀ 36 ਸਾਲ ਦੀ ਉਮਰ ਸੀ ਜਦੋਂ ਘੱਲੂਘਾਰਾ ਹੋਇਆ ਨਾ, 36 ਸਾਲ ਦੀ ਸੀ। ਉਦੋਂ ਜੇ ਬਚਪਨ ਉਮਰ ਦਾ ਸੀ, ਬੱਚੇ ਛੋਟੀ ਉਮਰਾਂ 'ਚ ਟੋਰ ਲਏ। ਉਸ ਵੇਲੇ ਅੱਗ ਦਿਲ ਲੱਗੀ ਸੀ ਵੀ ਮੇਰੇ ਬੱਚਿਆਂ ਦਾ ਕਰਨ ਵਾਲਾ ਹੋਵੇ, ਮੈਂ ਇਹਨਾਂ ਨੂੰ ਸਾਰਿਆਂ ਨੂੰ ਖਾ ਲਵਾਂ। ਜ਼ਹਿਰ ਸੀ। ਇਹ ਮੈਨੂੰ ਤਾਂ ਵੀ ਖਾਣਾ ਨਹੀਂ ਸੀ ਚਾਹੁੰਦੇ। ਇਹ ਮੇਰੇ ਨਾਲ ਤਾਂ ਬੁਰੀ ਅੱਖੀ ਵਹਿੰਦੇ ਸੀ, ਫੜ ਕੇ ਬਾਹਰ ਲੈ ਜਾਂਦੇ ਸੀ, ਤੈਨੂੰ ਇੱਥੇ ਸੌਣ ਨਹੀਂ ਦੇਣਾ। ਮੈਂ ਕਹਿੰਦਾ ਮੈਂ ਸੌਣਾ ਦਿੱਤੀ ਸੌ, ਇਹਨਾਂ ਕੱਢਣ ਮੈਂ ਕਰਮਾਂ ਕੀ ਜਾਣ ਕੇ ਪੈ ਜਾਣਾ। ਸਾਰੀ ਰਾਤ ਮੈਂ ਇਸ ਤਰ੍ਹਾਂ ਕੱਢਣੀ, ਕੋਈ ਮੇਰੀ ਇੱਜ਼ਤ ਨੂੰ ਨਾ ਹੱਥ ਪਾ ਦੇ।
ਮੈਨੂੰ ਇੱਜ਼ਤ ਦੀ ਲੋੜ ਹੈ। ਜੇ ਮੇਰੀ ਇੱਜ਼ਤ ਰਹੇਗੀ ਤੇ ਮੇਰੀ ਸਿੱਖੀ ਰਹੇਗੀ, ਜੇ ਮੇਰੀ ਇੱਜ਼ਤ ਗਈ ਮੇਰੀ ਸਿੱਖੀ ਨਹੀਂ। ਇੰਨੇ ਸਾਲ ਤੁਸੀਂ ਕਿਹਾ ਕਿ ਤੁਸੀਂ ਪਰਿਕਰਮਾ ਦੇ ਵਿੱਚ ਸੁੱਤੇ ਆ, ਔਰ ਤੁਸੀਂ ਇਹ ਵੀ ਦੱਸਿਆ ਸੀ ਮਾਂ ਕਿ ਪਰਿਕਰਮਾ ਦੇ ਵਿੱਚ ਵੀ ਤੁਸੀਂ ਪਹਿਚਾਣ ਛੁਪਾ ਕੇ ਸੌਂਦੇ ਰਹੇ ਆ। ਫਿਰ ਜਗ ਜ਼ਾਹਰ ਕਦੋਂ ਹੋਏ? ਜਗ ਜ਼ਾਹਰ ਤੇ ਜਦੋਂ ਆਇਆ ਨਾ ਆਪਣਾ ਮੱਖਣ ਪਹਿਲੇ ਸਾਲ, ਉਦੋਂ ਮੈਨੂੰ ਪਰੇਸ਼ਾਨੀ ਸੀ, ਬੁਆ ਕੋ ਕਮਰਾ ਨਹੀਂ ਸੀ, ਮੈਂ ਠੀਕ ਨਹੀਂ ਸਾਂ। ਫਿਰ ਮੈਂ ਜਾ ਕੇ ਮੱਕੜ ਦੇ ਵੇਚ ਹੋਈ। ਮੈਂ ਕਿਹਾ ਮੈਨੂੰ ਤੁਸੀਂ ਪਰੇਸ਼ਾਨ ਕਿਉਂ ਕੀਤਾ ਹੈ? ਮੈਂ ਕਮਰੇ ਜੋਗੀ ਵੀ ਨਹੀਂ, ਮੈਂ ਇੰਨਾ ਕੁਛ ਕਰਕੇ ਮੇਰੇ ਕਮਰੇ ਜੋਗੀ ਨਹੀਂ। ਫਿਰ ਮੈਨੂੰ ਕਮਰਾ ਦਿੱਤਾ ਵੀ ਇਹਨੂੰ ਮਾਤਾ ਇਸ ਕਮਰਾ ਦੇ ਦਿਓ, ਮਾਤਾ ਕਮਰੇ 'ਚ ਰਹੇਗੀ। ਉਹ ਮੇਰਾ ਸਰੀਰ ਨਹੀਂ ਸੀ ਠੀਕ, ਇਹਨਾਂ ਤਾਂ ਕਮਰਾ ਦਿੱਤਾ, ਕਮਰਾ ਵੀ ਨਹੀਂ ਸੀ ਦਿੰਦੇ। ਇਹਨਾਂ ਨੂੰ ਸੀ ਇਹ ਸਾਡੀ ਦੁਸ਼ਮਣ ਹੈ, ਇਹ ਡਰਦੀ ਨਹੀਂ, ਸਾਡੀ ਦੁਸ਼ਮਣ ਹੈ, ਇਹਨੂੰ ਨਹੀਂ ਸੀ। ਮਨ ਦੇ ਵਿੱਚ ਕੋਈ ਟੀਸ ਜਿਹੜੀ ਹੁਣ ਸਭ ਤੋਂ ਜ਼ਿਆਦਾ ਉੱਪਰ, ਹਾਲਾਂਕਿ ਤੁਸੀਂ ਕਹਿ ਸਕਦੇ ਆ ਕਿ ਸਿੱਖ ਧਰਮ ਦੀਆਂ ਜਿਹੜੀਆਂ ਉਹ ਮਾਈ ਭਾਗੋ ਵਰਗੀਆਂ ਮਾਵਾਂ ਵਰਗੀ ਇੱਕ ਮਿਸਾਲ ਹੋ, ਜਾਂ ਉਹਨਾਂ ਮਾਵਾਂ ਵਰਗੀ ਜਿਨ੍ਹਾਂ ਨੇ ਆਪਣੇ ਬੱਚਿਆਂ ਦੇ ਟੋਟੇ ਗਲਾਂ 'ਚ ਪਵਾਏ ਸੀ, ਪਰ ਫਿਰ ਵੀ ਜਿਵੇਂ ਤੁਹਾਡੀਆਂ ਅੱਖਾਂ ਦੇ ਵਿੱਚ ਮੈਂ ਦੇਖਿਆ ਕਿ ਹੰਝੂ ਆ। ਟੀਸ ਕਿਸ ਚੀਜ਼ ਦੀ ਆ? ਟੀਸ ਇਸ ਚੀਜ਼ ਦੀ ਹੈ ਵੀ ਸਾਡੀ ਸਿੱਖੋਂ ਦਾ ਬਣਿਆ ਕੁਛ ਨਹੀਂ। ਨੌਜਵਾਨ ਬੱਚੇ ਮਿੱਟੀ 'ਚ ਰੁਲ ਗਏ ਨੇ ਤੇ ਇਹਨਾਂ ਨੂੰ ਕੋਈ ਤਰਸ ਨਹੀਂ ਆਇਆ ਵੀ ਅਸੀਂ ਇਹਨਾਂ ਦਾ ਕੁਛ ਯਾਦਗਾਰ ਬਣਾ ਕੇ ਤੇ ਉਹਨਾਂ ਦੀ ਯਾਦਗਾਰ ਦੇ ਵਿੱਚ ਨਿਸ਼ਾਨੀਆਂ ਲਾ ਦਈਏ ਵੀ ਯਾਦ ਰਹੇ ਇਸ ਦੁਨੀਆ ਤੇ, ਯਾਦ ਰਹੇ ਵੀ ਇੰਨੀ ਕੌਮ ਸ਼ਹੀਦ ਹੋਈ ਹੈ। ਇਹਨਾਂ ਕੁਛ ਨਹੀਂ ਕੀਤਾ, ਇਹਨਾਂ ਆਪਣੇ ਢਿੱਡਾਂ ਵਾਸਤੇ ਕੀਤਾ, ਕੌਮ ਵਾਸਤੇ ਕੁਛ ਨਹੀਂ ਕੀਤਾ। ਫਰਜ਼ ਹੈ ਨਾ ਸਾਡੀ, ਸਭ ਨੂੰ ਉੱਤੋਂ ਕਮੇਟੀ ਹੈ, ਇਹਨਾਂ ਕੋਈ ਤਰਸ ਨਹੀਂ ਆਇਆ। ਇਹ ਨਹੀਂ ਮੇਰੇ ਬੱਚੇ ਨੇ, ਕਈ ਬੱਚੇ ਹੋਰ ਮਾਵਾਂ ਦੇ ਗਏ ਨੇ ਇਸ ਕੰਮ ਵਿੱਚ। ਇਹਨਾਂ ਦਾ ਫਰਜ਼ ਪਹਿਲੋਂ ਸ਼ਹੀਦਾਂ ਦੀਆਂ ਬਾਹਾਂ ਫੜਨੀਆਂ, ਫੜ ਕੇ ਉਹਨਾਂ ਨੂੰ ਅੱਗੇ ਲਾਣਾ, ਸਾਡੀ ਕੌਮ ਦੀ ਜਿੱਤ ਹੋਵੇ। ਜਿੱਤ ਵਾਲੇ ਪਾਸੇ ਤਾਂ ਹੋਈ ਕੋਈ ਨਹੀਂ ਰਿਹਾ। ਜਿਵੇਂ ਹੁਣ ਜੂਨ 1984 ਦਾ ਦਿਹਾੜਾ ਮਨਾਇਆ ਜਾ ਰਿਹਾ ਲਗਾਤਾਰ, ਯਾਦ ਤਾਂ ਰੱਖਣ ਦੇ, ਇਹ ਕਹਿੰਦੇ ਅਸੀਂ ਯਾਦ ਰੱਖਣ ਦੇ ਲਈ ਤਾਂ ਮਨਾ ਰਹੇ ਹਾਂ, ਤੁਹਾਨੂੰ ਨਹੀਂ ਲੱਗਦਾ ਯਾਦ ਰੱਖ ਰਹੇ ਆ? ਯਾਦ ਨਹੀਂ ਰੱਖ ਰਹੇ ਪੁੱਤ ਜੀ, ਇੱਕ ਅੱਖਾਂ ਦੇ ਵਿੱਚ ਧੂੜਾ ਪਾ ਰਹੇ ਨੇ, ਯਾਦ ਨਹੀਂ ਰੱਖ ਰਹੇ। ਜੇ ਯਾਦ ਰੱਖਦੇ ਤੇ ਉਹ ਜਿਹੜਾ ਸਰਸੇ ਵਾਲਾ ਸੀ ਉਹਨੂੰ ਮਾਫੀਆਂ ਦਿੰਦੇ। ਜੇ ਯਾਦ ਰੱਖਦੇ, ਆ ਕਿਤਾਬ ਲਿਖੀ ਸੀ ਹਿੰਦੀ ਵਿੱਚ, ਗੁਰੂਆਂ ਦੇ ਬਾਰੇ ਕਿੰਨਾ ਕੁਛ ਲਿਖਿਆ ਸੀ, ਇਹ ਉਦੋਂ ਕਿਉਂ ਨਾ ਬੋਲੇ? ਕਿਤਾਬ ਵਿਕ ਗਈ ਤੇ ਜਦੋਂ ਜ਼ਾਹਰ ਹੋਈ ਫਿਰ ਕਿਤਾਬ ਬੰਦ ਕਰ ਦਿੱਤੀ, ਇਹ ਕਿਉਂ ਨਾ ਬੋਲੇ? ਇਹ ਪੁੱਤ ਸਾਨੂੰ ਠਾਰ ਰਹੇ ਨੇ, ਹੋਰ ਕੁਛ ਨਹੀਂ। ਘੱਲੂਘਾਰਾ ਮਰਾ ਰਹੇ ਨੇ, ਘੱਲੂਘਾਰਾ ਨਹੀਂ ਮਰਾ ਰਹੇ। ਇਹ ਇੱਕ ਆਪਣੀ ਛਾਨ ਉੱਚੀ ਕਰਨ ਵਾਸਤੇ ਅਸੀਂ ਮਨਾਉਂਦੇ ਹਾਂ, ਇਹ ਮਨਾ ਨਹੀਂ ਹੈ। ਜੇ ਘੱਲੂਘਾਰਾ ਮਨਾਉਣਾ ਹੋਵੇ ਤਾਂ ਯਾਦਗਾਰ ਬਣਾਉਣ, ਯਾਦਗਾਰ ਬਣ ਕੇ ਜੋ ਸ਼ਹੀਦ ਹੋਇਆ ਉਹਦੀ ਫੋਟੋ ਲਾਉਣ। ਅਜਾਇਬ ਘਰ ਲੱਗਦੀ ਹੈ ਨਾ, ਉੱਥੇ ਕਿਉਂ ਨਹੀਂ ਬਣ ਸਕਦਾ? ਸਭ ਬਣ ਸਕਦਾ। ਇਹ ਇੱਕ ਦੁਨੀਆ ਨੂੰ ਠਾਰ ਰਹੇ ਨੇ, ਅਸੀਂ ਯਾਦਗਾਰ ਮਨਾ ਰਹੇ ਹਾਂ। ਮਨ 'ਚ ਇੱਕ ਹੋਰ ਸਵਾਲ ਆਉਂਦਾ, ਮੈਂ ਕੱਲ ਮਿਲੀ ਸੀ ਜਿਹੜੇ ਉਸ ਵੇਲੇ ਦੇ ਪੱਤਰਕਾਰ ਸੀ ਜਿਨ੍ਹਾਂ ਨੇ ਫੋਟੋਆਂ ਖਿੱਚੀਆਂ ਸੀ ਉਸ ਵੇਲੇ, ਸਤਪਾਲ ਦਾਨਿਸ਼ ਜੀ, ਉਹਨਾਂ ਦੀਆਂ ਤਸਵੀਰਾਂ ਦੇ ਵਿੱਚ ਮੈਂ ਕੁਝ ਇਹੋ ਜਿਹੀਆਂ ਤਸਵੀਰਾਂ ਦੇਖੀਆਂ ਜਿਹਦੇ ਵਿੱਚ ਜਿਹੜੀਆਂ ਲਾਸ਼ਾਂ ਬੱਚਿਆਂ ਦੀਆਂ ਬਾਹਰ ਲਿਜਾਈਆਂ ਜਾ ਰਹੀਆਂ ਜਾਂ ਟਰਾਲੀਆਂ 'ਚ ਸੱਟ ਕੇ ਲਿਜਾਈਆਂ ਜਾ ਰਹੀਆਂ, ਉਹਦੇ ਵਿੱਚ ਇੱਕ ਜਗ੍ਹਾ ਤੇ ਇੱਕ ਇਹੋ ਜਿਹੀ ਫੋਟੋ ਦੇਖੀ ਜਿਹਦੇ ਵਿੱਚ ਕੱਪੜੇ ਸੀ, ਜਿੰਨੇ ਸ਼ਹੀਦ ਹੋਏ ਆ ਜਿਨ੍ਹਾਂ ਦੇ ਅੰਦਰੋਂ ਕੱਪੜੇ ਮਿਲੇ ਸੀ, ਉਹ ਕੱਪੜਿਆਂ ਦੀ ਨੁਮਾਇਸ਼ ਲਾਈ ਗਈ ਸੀ ਵੀ ਵਿੱਚੋਂ ਪਹਿਚਾਣ ਲਓ ਕਿਹਦੇ ਕੱਪੜੇ। ਤੁਸੀਂ ਉਹ ਚੀਜ਼ ਨਹੀਂ ਦੇਖੀ? ਮੈਂ ਵੇਖੀ ਸੀ, ਮੇਰੇ ਪੁੱਤਰਾਂ ਦੇ ਕੱਪੜੇ ਲੱਭੇ ਨਹੀਂ ਸਨ, ਲੱਭੇ ਸੀ ਕੱਪੜੇ, ਲੱਭੇ ਨਹੀਂ। ਉਹ ਲੱਭੇ ਤਾਂ ਨਹੀਂ, ਉਹ ਨਾਲ ਹੀ ਜਲ ਗਿਆ ਸੀ। ਜਦੋਂ ਚਾਰਾਂ ਜੀਆਂ ਚੋਂ ਕਿਸੇ ਦੇ ਵੀ ਕੱਪੜੇ ਨਹੀਂ ਮਿਲੇ ਤੁਹਾਨੂੰ? ਲਾਸ਼ਾਂ ਵੀ ਨਹੀਂ ਮਿਲੀਆਂ? ਨਾ ਕੱਪੜੇ ਨਹੀਂ ਮਿਲੇ, ਕੁਛ ਨਹੀਂ ਮਿਲਿਆ। ਸਬਰ ਕਿਵੇਂ ਕੀਤਾ? ਉਸ ਵਾਰ ਮਾਤਾ ਸਬਰ ਕਰਾਤਾ, ਉਹ ਖੁਸ਼ ਹੋ ਗਿਆ, ਉਹਦੀਆਂ ਚੀਜ਼ਾਂ ਸੀ ਲੈ ਗਿਆ, ਮੈਂ ਵੀ ਖੁਸ਼ ਹੋ ਗਈ। ਤੇਰੀਆਂ ਚੀਜ਼ਾਂ ਨੇ ਲੈ ਗਿਆ, ਮੈਂ ਵੀ ਖੁਸ਼ ਹਾਂ। ਜੇ ਕੱਪੜੇ ਮਿਲ ਜਾਂਦੇ ਫਿਰ ਕਿਹੜੀ ਖੁਸ਼ੀ ਹੋਣੀ ਸੀ? ਜੇ ਉਹ ਲਾਸ਼ਾਂ ਮਿਲ ਜੇ ਤਾਂ ਵੀ ਕਿਹੜੀ ਖੁਸ਼ੀ ਹੋਣੀ ਸੀ? ਉਹ ਵੀ ਧੰਨ ਭਾਗ ਨੇ, ਮੇਰੇ ਸਤਿਗੁਰ ਦੇ ਘਰ ਵਿੱਚ ਮੇਰੇ ਪੁੱਤਰ ਕੁਰਬਾਨ ਹੋ ਗਏ, ਮੇਰਾ ਦੁੱਧ ਸਫਲਾ ਕੀਤਾ ਉਹਨਾਂ ਨੇ। ਇਹ ਬੜੀ ਮੇਰੀ ਵੱਡੀ ਮਿਹਰਬਾਨੀ ਮੇਰੇ ਸਤਿਗੁਰ ਦੀ, ਜਿਹੜਾ ਮੇਰਾ ਪਰਿਵਾਰ ਲੈ ਕੇ ਮੈਨੂੰ ਉਹਨੇ ਸੀ ਨਹੀਂ ਕਰਨ ਦਿੱਤੀ। ਭਾਵੇਂ ਮੇਰੇ ਤੇ ਕਿੰਨੀਆਂ ਤਕਲੀਫਾਂ ਆਈਆਂ ਨੇ, ਭਾਵੇਂ ਮੇਰੇ ਤੇ ਕਿੰਨੀਆਂ ਪੁਲਿਸ ਨੇ ਸ਼ਤੱਦਤ ਕੀਤੇ ਨੇ, ਭਾਵੇਂ ਮੇਰੀਆਂ ਲੱਤਾਂ ਪੜੀਆਂ, ਭਾਵੇਂ ਮੇਰੇ ਨਹੁੰ ਕੱਢੇ ਨੇ, ਮੇਰੇ ਮੂੰਹ ਨਾਲ ਹਾਏ ਨਹੀਂ ਖਵਾਈ, ਮੇਰੇ ਤੋਂ ਸੀ ਨਹੀਂ ਕਰਾ ਸਕੇ। 10-10 ਕਾਟ ਲੇਵਰਾਂ ਮੇਰੇ ਉੱਤੇ ਚੜ੍ਹਦੀਆਂ ਸੀ ਤੇ ਮੈਨੂੰ ਇਹ
हाय नहीं मैं आज तक की, हाय नहीं कही मैं जिन्हें मर्जी कर लो, मेरा सतगुर मेरे वाल से उन्हें मैनू हाय नहीं करन दित्ती। मैं ਉਹਦਾ ਭਾਣਾ ਮੰਨਿਆ, ਭਾਣਾ ਮਿੱਠਾ ਕਰਕੇ ਮੰਨਿਆ। ਹੁਣ ਜਿੰਨਾ ਚਿਰ ਸਵਾਸ ਨੇ ਮਿੱਠਾ ਕਰਕੇ ਭਾਣਾ ਮੰਨਾਂਗੀ, ਭੁੱਖੀ ਰਵਾਂਗੀ ਨਾ ਤਾਂ ਵੀ ਕਰੇ ਤਨ ਸ਼ੁਕਰ ਹੈ ਤੇਰਾ ਮਾਲਕਾ, ਮੈਨੂੰ ਆਪਣੇ ਭਾਣੇ 'ਚ ਰੱਖੀ। ਆਪਣੇ ਅਗਲੇ ਦੀ ਜ਼ਿੰਦਗੀ ਦਾ ਮਕਸਦ ਕੀ ਦੇਖਦੇ ਹੋ ਤੁਸੀਂ ਆਪਣੀ ਦਾ? ਮੈਂ ਅਗਲੀ ਜ਼ਿੰਦਗੀ ਦਾ ਮਕਸਦ ਦੇਖ ਰਹੀ ਹਾਂ ਕਿ ਮੈਂ ਤੇਰੇ ਭਾਣੇ 'ਚ ਹੀ ਜਾਵਾਂ, ਤੇ ਜੇ ਮੈਂ ਜਾਵਾਂ ਵੀ ਤੇ ਮੈਂ ਤੇਰੀਆਂ ਬਕਰਮਾਂ 'ਚ ਹੀ ਜਾਵਾਂ, ਮੈਂ ਬਾਹਰ ਨਾ ਜਾਵਾਂ। ਜੇ ਤੇਰੇ ਘਰ ਆਉਣਾ ਮੈਂ ਤੇ ਮੈਨੂੰ ਆਪਣੇ ਬਕਰਮਾਂ 'ਚ ਲੈ ਜੀ, ਮੇਰੇ ਸਵਾਸ ਇਹਨਾਂ ਬਕਰਮਾਂ 'ਚ ਮੇਰੇ ਸਵਾਸ ਲਈ ਬਾਹਰ ਨਾ ਕਿਤੇ ਨਿਕਲਣ, ਤੇ ਜਿੰਨਾ ਚਿਰ ਜਿਹੜੇ ਮੇਰੇ ਸਵਾਸ ਨੇ ਤੇਰੀਆਂ ਬਕਰਮਾਂ 'ਚ ਹੀ ਰਹਿਣ। ਜਿੰਨੇ ਮੇਰੀ ਜ਼ਿੰਦਗੀ ਹੈ ਨਾ ਤੇਰੇ ਬਕਰਮਾਂ ਤੋਂ ਬਾਹਰ ਨਾ ਜਾਵਾਂ। ਤੇਰੇ ਨਾਲ ਮੇਰੇ ਇਹੀ ਬਚਨ ਵੀ ਮੈਂ ਤੇਰੀਆਂ ਬਕਰਮਾਂ ਦੇ ਵਿੱਚ ਮੇਰੇ ਸਵਾਸ ਹੋਣਾ, ਜੀਵਾਂ ਤਾਂ ਵੀ ਤੇਰੇ ਜੋਗੀ, ਜੇ ਮਰਾਂ ਤੇ ਤਾਂ ਵੀ ਤੇਰੇ ਜੋਗੀ। ਜਾਂਦੇ ਜਾਂਦੇ ਮੈਂ ਇੱਕ ਸੁਨੇਹਾ ਲੈਣਾ ਚਾਹੁੰਦੀ ਹਾਂ। ਆਮ ਤੌਰ ਤੇ ਵੱਡੀਆਂ ਸ਼ਖਸੀਅਤਾਂ ਤੋਂ ਸੁਨੇਹ ਲਈ ਜਾਂਦੇ ਆ, ਪਰ ਤੁਹਾਡੇ ਸ਼ਖਸੀਅਤ ਦੇ ਸਾਹਮਣੇ ਮੇਰੇ ਸ਼ਬਦ ਨਿੱਕੇ ਆ, ਅਸੀਂ ਬਹੁਤ ਛੋਟੇ ਆ। ਮੈਨੂੰ ਐਂ ਲੱਗਦਾ ਕਿ ਅੱਜ ਇੱਕ ਸਹੀ ਇਨਸਾਨ ਆ ਜਿਹਦੇ ਤੋਂ ਮੈਂ ਸੰਦੇਸ਼ ਲੈਣਾ ਚਾਹੁੰਦੀ ਆ। ਕੀ ਸੁਨੇਹਾ ਦੇਣਾ ਚਾਹੋਗੇ ਆਉਣ ਵਾਲੀ ਪੀੜ੍ਹੀ ਨੂੰ, ਜਾਂ ਜਿਨ੍ਹਾਂ ਦੇ ਬਾਰੇ 'ਚ ਤੁਹਾਡੇ ਮਨ 'ਚ ਟੀਸ ਆ ਕਿ ਆਹ ਚੀਜ਼ਾਂ ਹੋਣੀਆਂ ਚਾਹੀਦੀਆਂ ਸੀ ਪਰ ਅਸੀਂ ਫੇਲ ਹੋਏ ਆ, ਜਦੋਂ ਇਸ ਵੇਲੇ ਕੁਦਰਤ ਨੇ ਸਾਨੂੰ ਬਖਸ਼ਿਸ਼ ਹੀ ਬਹੁਤ ਜ਼ਿਆਦਾ ਦਿੱਤੀ ਹੋਈ ਆ? ਸੁਨੇਹਾ ਕੀ ਦੇਣਾ ਚਾਹੋਗੇ ਕੌਮ ਨੂੰ ਵੀ, ਆਪਣੇ ਛੋਟੇ ਬੱਚਿਆਂ ਨੂੰ? ਮੈਂ ਛੋਟੇ ਬੱਚਿਆਂ ਨੂੰ, ਇਸ ਕੌਮ ਨੂੰ ਇਸ ਤਰ੍ਹਾਂ ਦੇਣਾ ਚਾਹੁੰਦੀ ਹਾਂ ਵੀ ਮਾਵਾਂ ਜਿਹੜੀਆਂ ਨੇ ਬੱਚਿਆਂ ਨੂੰ ਪਹਿਲਾਂ ਤਾਂ ਆਪ ਬੰਦਗੀ ਕਰਨ, ਬੰਦਗੀ ਕਰਕੇ ਬੱਚੇ ਨੂੰ ਪਾਲਣ, ਬੱਚੇ ਨੂੰ ਪਾਲ ਕੇ ਇਸ ਤਰ੍ਹਾਂ ਦੇ ਵੀ ਪੁੱਤਰ ਸਿੱਖ ਸਜਣਾ ਜੇ, ਕਿਸੇ ਨਾਲ ਬੁਰਾ ਨਹੀਂ ਕਰਨਾ, ਭਲਾ ਕਰਨਾ ਹੈ। ਜੇ ਤੁਹਾਡੇ ਕੋਲ ਅੱਧੀ ਤੇ ਵੰਡ ਕੇ ਖਾਣੀ ਜੇ, ਅੱਧੀ ਵੰਡ ਕੇ ਖਾਣੀ ਜੇ ਸਿੱਖੀ ਕੌਮ ਤੇ ਭੀੜ ਹੁੰਦੀ ਤੇ ਸਿਰ ਦੇ ਕੇ ਰੱਖਣੀ ਜੇ, ਸਿਰ ਦੇ ਕੇ ਤੇ ਧਰਮ ਬਚਾਵੇ। ਧਰਮ ਰੱਖਣਾ ਹੈ ਸਾਨੂੰ, ਹੋਰ ਕੁਝ ਨਹੀਂ ਚਾਹੀਦਾ। ਆਪਣੇ ਬੱਚਿਆਂ ਨੂੰ ਵੀ ਦੱਸ ਦਿਓ, ਕੱਲ ਨੂੰ ਤੁਹਾਡੇ ਤੇ ਮੁਸੀਬਤ ਆਉਂਦੀ ਏ, ਕਿਸੇ ਦੁਸ਼ਮਣ ਦੇ ਅੱਗੇ ਨੀਵੋਂ ਨਾ, ਉੱਚੇ ਹੋ ਕੇ ਬੋਲੋ। ਇਸ ਦੁਨੀਆ ਤੋਂ ਜਾਣਾ ਸਭ ਨੇ ਚਲੇ ਜਾਣਾ, ਰਹਿਣਾ ਕਿਸੇ ਨੇ, ਕੋਈ ਪੀਰ ਕੰਬਰ ਨਹੀਂ ਰਿਹਾ, ਕੋਈ ਸਾਧੂ ਨਹੀਂ ਰਿਹਾ, ਸਭ ਚਲੇ ਗਏ ਨਾ। ਤੇ ਜਿਹੜਾ ਕੁਝ ਕਰਕੇ ਜਾਂਦਾ ਨਾ ਧਰਮ ਦੀ ਖਾਤਰ, ਉਹ ਸਦਾ ਜਿਉਂਦਾ। ਮੇਰੀ ਸਾਰੀ ਕੌਮ ਨੂੰ ਇਹ ਦੱਸਦੇ ਵੀ ਧਰਮ ਕਮਾਓ, ਧਰਮ ਬੀਜੋ ਧਰਮ ਉੱਗੇ, ਧਰਮ ਹੀ ਬੀਜੋ ਧਰਮ ਉੱਗੇ, ਤੇ ਦੁਨੀਆ ਤੇ ਤੁਹਾਡਾ ਨਾਂ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਿੱਖ ਧਰਮ ਇਸੇ ਲਈ ਵਿਲੱਖਣ ਆ ਕਿ ਜੋ ਵਿਰਾਸਤ ਸਾਨੂੰ ਮਿਲੀ ਆ, ਅੱਜ ਵੀ ਸਾਡੇ ਕੋਲ ਕੁਝ ਮਿਸਾਲਾਂ ਉਹੋ ਜਿਹੀਆਂ ਹੈਗੀਆਂ ਜਿਹਦੇ ਕਰਕੇ ਕਹਿ ਸਕਦੇ ਆ ਕਿ ਪੁੰਨ ਨਾਮ ਦੀ ਕੋਈ ਚੀਜ਼ ਹੈਗੀ ਆ ਜਿਹਦੇ ਕਰਕੇ ਧਰਤੀ ਖੜੀ ਹੋਈ ਆ। ਔਰ ਸਿੱਖ ਧਰਮ ਨੂੰ ਇਸ ਜਿਹੜੀ ਆ ਵੀਡੀਓ ਤੋਂ ਬਾਅਦ, ਇਸ ਇੰਟਰਵਿਊ ਤੋਂ ਬਾਅਦ ਬਹੁਤ ਸਾਰੇ ਸਵਾਲ ਸੋਚਣ ਨੂੰ ਬਚਦੇ ਆ, ਉਹ ਸੋਚਣੇ ਜਿਹੜੇ ਆ ਬਣਦੇ, ਸੋਚਣ ਦਾ ਜਿਹੜਾ ਸਾਡਾ ਇੱਕ ਵਕਤ ਆਇਆ ਹੋਇਆ ਹੈ। ਔਰ ਸਾਨੂੰ ਸੋਚਣਾ ਚਾਹੀਦਾ ਆਉਣ ਵਾਲੀ ਪੀੜ੍ਹੀ ਦੇ ਲਈ ਵੀ, ਔਰ ਆਪਣੀ ਇਸ ਵੇਲੇ ਕਹਿ ਸਕਦੇ ਹਾਂ ਕਿ ਪੀੜ੍ਹੀ ਹੇਠ ਸੋਟਾ ਮਾਰਨ ਦੇ ਲਈ ਵੀ। ਇਹ ਸਵਾਲ ਜਿੰਨੇ ਵੀ ਇਸ ਇੰਟਰਵਿਊ ਤੋਂ ਬਾਅਦ ਤੁਹਾਡੇ ਦਿਮਾਗ 'ਚ ਆਉਣਗੇ, ਉਹ ਸਾਰਿਆਂ ਨੂੰ ਸੋਚਣਾ ਬਣਦਾ, ਤਾਂ ਕਿ ਥੋੜ੍ਹਾ ਜਿਹਾ ਅਸੀਂ ਆਪਣੀ ਹਕੀਕਤ ਵੱਲ ਨੂੰ ਮੁੜੀਏ ਤੇ ਬਹੁਤ ਸਾਰੀਆਂ ਚੀਜ਼ਾਂ ਜਿਨ੍ਹਾਂ ਤੇ ਅਮਲ ਕੀਤਾ ਜਾ ਸਕਦਾ ਉਹਨਾਂ ਤੇ ਅਮਲ ਕਰੀਏ। ਮੈਂ ਰਮਨ ਤੂਰ, ਕੈਮਰਾਮੈਨ ਜਗਰੂਪ ਸਿੰਘ ਦੇ ਨਾਲ, ਦਰਬਾਰ ਸਾਹਿਬ ਅੰਮ੍ਰਿਤਸਰ ਤੋਂ।